ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Students, today we read about second chapter of geography, forest and wildlife resources. In this chapter we read about how the forest and wildlife work as resources, and the lesson will be start with a folk song of Lepcha, a region in the north part of West Bengal. Let's start. Nark, my lord, you are the creator of music in the world of Lepchas. Nark, ਮੇਰੇ ਪ੍ਰਮਾਤਮਾ, you are, ਤੁਸੀਂ ਲੈਪਚਾ ਦੇ ਸੰਸਾਰ ਵਿੱਚ ਮਿਊਜ਼ਿਕ ਦੇ ਸੰਗੀਤ ਦੇ ਰਚਨਹਾਰੇ ਹੋ। ਓ ਨਾਰਕ, ਮਾਈ ਲਾਰਡ, ਲੈਟ ਮੀ ਡੈਡੀਕੇਟ ਮਾਈਸੈਲਫ ਆਫ ਯੂ। ਓ ਨਾਰਕ, ਮਾਈ ਲਾਰਡ, ਪਰਮਾਤਮਾ, ਮੈਨੂੰ ਆਪਣੇ ਆਪ ਨੂੰ ਤੇਰੇ ਨੂੰ ਮਤਲਬ ਤੈਨੂੰ ਸਮਰਪਿਤ ਕਰਨ ਦੇ। ਲੈਟ ਮੀ ਗੈਦਰ ਯੂਅਰ ਮਿਊਜ਼ਿਕ ਫਰੋਮ ਦਾ ਸਪਰਿੰਗ, ਮੈਨੂੰ ਤੂੰ ਆਪਣਾ ਮਿਊਜ਼ਿਕ ਸਪਰਿੰਗ ਝਰਨੇ, ਦਾ ਰਿਵਰ ਨਦੀਆਂ, ਦਾ ਮਾਊਂਟੇਨ ਪਰਬਤਾਂ, ਦਾ ਫੋਰੈਸਟ ਪਹਾੜਾਂ, ਦਾ ਇਨਸੈਕਟ ਕੀੜੇ ਮਕੌੜੇ, ਐਂਡ ਦਾ ਐਨੀਮਲਸ ਅਤੇ ਜਾਨਵਰਾਂ ਦੇ ਕੋਲੋਂ ਇਕੱਠਾ ਕਰਨ ਦੇ। ਲੈਟ ਮੀ ਗੈਦਰ ਯੂਅਰ ਮਿਊਜ਼ਿਕ, ਮੈਨੂੰ ਆਪਣਾ ਸੰਗੀਤ ਇਕੱਠਾ ਕਰਨ ਦੇ। ਫਰੋਮ ਦਾ ਸਵੀਟ ਬਰੀਜ਼, ਇੱਕ ਠੰਡੀ ਹਵਾ ਦੇ ਕੋਲੋਂ, ਐਂਡ ਆਫਰ ਇਟ ਟੂ ਯੂ, ਅਤੇ ਇਕੱਠੇ ਕੀਤੇ ਮਿਊਜ਼ਿਕ ਨੂੰ ਤੈਨੂੰ ਹੀ ਸਮਰਪਿਤ ਕਰਨ ਦੇ। ਦੇ ਰਾਈਟ ਸੋਰਸਿਸ ਲੈਪਚਾ ਫੋਕ ਸੌਂਗ ਫਰੋਮ ਦਾ ਨਾਰਥਰਨ ਪਾਰਟ ਆਫ ਵੈਸਟ ਬੰਗਾਲ। ਮੀਨਸ ਇਹ ਜੋ ਆਪਣਾ ਸੌਂਗ ਰੀਡ ਕੀਤਾ ਹੈ ਇਹਨੂੰ ਜ਼ਿਆਦਾਤਰ ਤੇ ਲੈਪਚਾ ਨਾਰਥਰਨ ਪਾਰਟ ਆਫ ਵੈਸਟ ਬੰਗਾਲ ਦੇ ਵਿੱਚ ਇੱਕ ਫੋਕ ਸੌਂਗ, ਇੱਕ ਲੋਕ ਗੀਤ ਵਾਂਗ ਬੋਲਿਆ ਜਾਂਦਾ ਹੈ। We share this planet with the millions of other living beings. Means planet ਅਸੀਂ ਇਹ ਵਾਲਾ ਆਪਣਾ ਧਰਤੀ ਦਾ ਪਲੈਨਟ ਹੈ ਜੋ ਹੋਰ ਕਈ ਲੱਖਾਂ ਮਿਲੀਅਨ ਲਿਵਿੰਗ ਬੀਇੰਗਸ ਆ ਜੋ ਜੀਵਿਤ ਜੀਵ ਆ ਉਹਨਾਂ ਦੇ ਨਾਲ ਸਾਂਝਾ ਇਕੱਠੇ ਸ਼ੇਅਰ ਕਰਦੇ ਆ। ਸਟਾਰਟਿੰਗ ਫਰੋਮ ਦਾ ਮਾਈਕਰੋ ਔਰਗਨਿਜ਼ਮ, ਇਹ ਛੋਟੇ ਜੀਵ ਇੱਕ ਬੈਕਟੀਰੀਆ ਤੋਂ ਲੈ ਕੇ ਲਿਸਨ ਟੂ ਦਾ ਬਨੀਅਨ ਟਰੀਜ਼, ਇੱਕ ਬਨੀਅਨ ਟਰੀਜ਼ ਦੇ ਵਾਂਗ ਵੱਡੇ ਵੱਡੇ ਰੁੱਖ ਜਿਹੜੇ ਇਹਨਾਂ ਸਾਰਿਆਂ ਦੇ ਨਾਲ। ਐਲੀਫੈਂਟ ਐਂਡ ਦਾ ਬਲੂ ਵੇਲਸ, ਇੱਕ ਹਾਥੀ, ਬਲੂ ਵੇਲਸ, ਇਹਨਾਂ ਸਾਰੇ ਜੀਵ ਜੰਤੂ ਨਾਲ ਮਤਲਬ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਜੀਵ ਦੇ ਨਾਲ ਅਸੀਂ ਪਲੈਨਟ ਸ਼ੇਅਰ ਕੀਤਾ ਹੋਇਆ ਹੈ। ਦਿਸ ਐਂਟਾਇਰ ਹੈਬਿਟੈਟ ਡੈਟ ਵੀ ਲਿਵ ਇਨ ਹੈਜ਼ ਇਮੈਂਸ ਬਾਇਓਡਾਇਵਰਸਿਟੀ। ਇਸ ਕਹਿੰਦੇ ਹੈਬਿਟੈਟ, ਇਸ ਰਹਿਣ ਵਾਲੀ ਜਗ੍ਹਾ ਵਿੱਚ ਬੇਅੰਤ ਜੀਵੋ ਵਿਭਿੰਨਤਾ ਹੈ। ਇਮੈਂਸ ਹੁੰਦਾ ਬੇਅੰਤ, ਬਹੁਤ ਜ਼ਿਆਦਾ, ਬਾਇਓਡਾਇਵਰਸਿਟੀ ਜੀਵੋ ਵਿਭਿੰਨਤਾ ਮਤਲਬ ਵੱਖ-ਵੱਖ ਤਰ੍ਹਾਂ ਦੇ ਜੀਵ ਹੋਣਾ। We humans, along with all living organisms, form a complex web of ecological system in which we are only a part and are very much dependent on this system for our own existence. ਅਸੀਂ ਸਾਰੇ ਜੀਵ ਰਲ ਕੇ ਵਾਤਾਵਰਨ ਵਿੱਚ ਇੱਕ ਕੰਪਲੈਕਸ ਗੁੰਝਲਦਾਰ ਜਾਲ ਬੁਣਦੇ ਹਾਂ ਜਿਸ ਵਿੱਚ ਅਸੀਂ ਸਿਰਫ ਰਹਿ ਰਹੇ ਹਾਂ ਅਤੇ ਆਪਣੀ ਰਹਿਣ ਦੇ ਆਪਣੀ ਐਗਜ਼ਿਸਟੈਂਸ ਹੋਣ ਵਾਸਤੇ ਅਸੀਂ ਦੂਸਰੇ ਜੀਵਾਂ ਦੇ ਉੱਪਰ ਨਿਰਭਰ ਕਰਦੇ ਹਾਂ। ਮਤਲਬ ਕੋਈ ਵੀ ਜੀਵ, ਕੋਈ ਵੀ ਪਲਾਂਟ ਹੈ, ਹਿਊਮਨ ਬੀਇੰਗ ਹੈ, ਐਨੀਮਲਸ ਹੈ, ਐਕਸੈਟਰਾ, ਕੋਈ ਵੀ ਔਰਗਨਿਜ਼ਮ, ਲਿਵਿੰਗ ਔਰਗਨਿਜ਼ਮ ਉਹ ਇੰਟਰਡਿਪੈਂਡੈਂਟ ਨਹੀਂ ਆ, ਮਤਲਬ ਆਪਣੇ ਆਪ ਆਜ਼ਾਦ ਨਹੀਂ ਆ। ਉਹਨੂੰ ਆਪਣੀ ਐਗਜ਼ਿਸਟੈਂਸ ਹੋਣ ਵਾਸਤੇ, ਆਪਣੇ ਭੋਜਨ, ਸ਼ੈਲਟਰ, ਐਕਸੈਟਰਾ ਜਾਂ ਹੋਰ ਨੀਡਸ ਆਪਣੀਆਂ ਕੰਪਲੀਟ ਕਰਨ ਵਾਸਤੇ, ਕਿਟ ਕਰਨ ਵਾਸਤੇ ਦੂਸਰਿਆਂ 'ਤੇ ਨਿਰਭਰ ਕਰਨਾ ਪੈਂਦਾ ਹੈ। ਐਗਜ਼ਾਮਪਲ ਦੇ ਤੌਰ 'ਤੇ ਲਿਖਿਆ ਹੈ, ਦਾ ਪਲਾਂਟਸ, ਐਨੀਮਲ ਐਂਡ ਦਾ ਮਾਈਕਰੋ ਔਰਗਨਿਜ਼ਮ ਰੀਕ੍ਰੀਏਟ ਦਾ ਕੁਆਲਿਟੀ ਆਫ ਦਾ ਏਅਰ ਵੀ ਬਰੀਥ। ਮੀਨਸ ਮਾਈਕਰੋ ਔਰਗਨਿਜ਼ਮ ਜਾਂ ਪਲਾਂਟਸ ਐਕਸੈਟਰਾ ਏਅਰ ਨੂੰ ਦੁਬਾਰਾ ਸ਼ੁੱਧ ਕਰਦੇ ਆ ਜਾਂ ਉਹਦੀ ਕੁਆਲਿਟੀ, ਉਹਦੀ ਫੋਰਮ ਚੇਂਜ ਕਰਦੇ ਆ ਜਿਸ ਦੇ ਥਰੂ ਅਸੀਂ ਬਰੀਥ ਕਰ ਸਕਦੇ ਹਾਂ। ਕਿਉਂਕਿ ਅਗਰ ਪਲਾਂਟਸ ਆਪਣੀ ਓਬਜ਼ਰਵ ਨਾ ਕਰਨ ਕਾਰਬਨ ਡਾਈਆਕਸਾਈਡ ਨੂੰ, ਤਾਂ ਇਨਵਾਇਰਮੈਂਟ ਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਕੁਆਂਟਿਟੀ ਜ਼ਿਆਦਾ ਹੁੰਦਾ ਕਰਕੇ ਇਸ ਏਅਰ ਦੇ ਵਿੱਚ ਅਸੀਂ ਬਰੀਥ ਨਹੀਂ ਕਰ ਸਕਦੇ, ਸਾਹ ਨਹੀਂ ਲੈ ਸਕਦੇ। ਸੋ ਪਲਾਂਟਸ ਜਾਂ ਹੋਰ ਔਰਗਨਿਜ਼ਮ ਕਾਰਬਨ ਡਾਈਆਕਸਾਈਡ ਨੂੰ ਓਬਜ਼ਰਵ ਕਰਕੇ ਉਹਨੂੰ ਆਕਸੀਜਨ ਦੇ ਵਿੱਚ ਉਹਦੀ ਫੋਰਮ ਚੇਂਜ ਕਰਕੇ ਸਾਨੂੰ ਸਰਵਾਈਵ ਕਰਨ ਵਾਸਤੇ, ਬਰੀਥ ਲੈਣ ਵਾਸਤੇ ਨਿਊ ਗੈਸ ਪ੍ਰੋਡਿਊਸ ਕਰਦੇ ਆ। ਨੈਕਸਟ, ਇਸੇ ਤਰ੍ਹਾਂ the water we drink and the soil that produce our food without which we cannot survive. ਇਸ ਤਰ੍ਹਾਂ ਵਾਟਰ ਔਰ ਸੋਇਲ ਦੀ ਫੋਰਮ ਜਿਹੜੀ ਚੇਂਜ ਕੀਤੀ ਜਾਂਦੀ ਆ ਜਾਂ ਇਸ ਨੂੰ ਹੋਰ ਸੋਇਲ ਨੂੰ ਐਨੀਮਲ ਡੰਕਸ ਵਗੈਰਾ ਦੀ ਹੈਲਪ ਦੇ ਨਾਲ, ਪਲਾਂਟਸ
ਵੇਸਟੇਜ ਦੀ ਹੈਲਪ ਦੇ ਨਾਲ ਹੋਰ ਜ਼ਿਆਦਾ ਫਰਟਾਈਲ ਬਣਾ ਦਿੱਤਾ ਜਾਂਦਾ ਮਿਕਸ ਕਰਕੇ, ਜਿਹਦੇ ਨਾਲ ਸਾਡੀ ਪ੍ਰੋਡਕਟਿਵਿਟੀ ਦੇ ਵਿੱਚ ਵਾਧਾ ਹੋ ਜਾਂਦਾ ਹੈ। ਫੋਰੈਸਟ ਪਲੇ ਏ ਕੀ ਰੋਲ ਇਨ ਦਾ ਇਕੋਲੋਜੀਕਲ ਸਿਸਟਮ ਐਜ਼ ਦੀਸ ਆਰ ਦਾ ਆਲਸੋ ਪ੍ਰਾਇਮਰੀ ਪ੍ਰੋਡਿਊਸਰ ਔਨ ਦਾ ਵਿਚ ਆਲ ਅਦਰ ਲਿਵਿੰਗ ਬੀਇੰਗਸ ਡਿਪੈਂਡਡ। ਸਭ ਤੋਂ ਜ਼ਿਆਦਾ ਮਹੱਤਵਪੂਰਨ ਰੋਲ ਪਲੇ ਕਰਦੇ ਆ ਫੋਰੈਸਟ, ਜੋ ਕਿ ਸਾਡੇ ਵਾਸਤੇ ਹਰੇਕ ਤਰ੍ਹਾਂ ਦਾ ਰॉ ਮਟੀਰੀਅਲ, ਪ੍ਰਾਇਮਰੀ ਮਤਲਬ ਰॉ ਮਟੀਰੀਅਲ, ਜਿਸ ਤੋਂ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਪਜਦੀਆਂ ਜਾਂ ਬਣਾਈਆਂ ਜਾਂਦੀਆਂ। ਫੋਰੈਸਟ ਕਹਿੰਦੇ ਇੱਕ ਮਹੱਤਵਪੂਰਨ ਰੋਲ ਪਲੇ ਕਰਦੇ ਆ, ਜੋ ਸਾਨੂੰ ਵਾਟਰ ਦਿੰਦੇ ਆ, ਸਾਡੀ ਏਅਰ ਆ ਉਹਨੂੰ ਰੀਪਰੋਡਿਊਸ ਕਰ ਦਿੰਦੇ ਆ, ਔਰ ਬਹੁਤ ਸਾਰੀਆਂ ਸਾਨੂੰ ਰੂਟਸ, ਫਰੂਟਸ, ਲੀਵਸ ਐਕਸੈਟਰਾ ਜਾਂ ਕਹਿ ਸਕਦੇ ਹਾਂ ਮੈਡੀਸਿਨਲ ਹਰਬਸ ਦੇ ਕੇ ਉਸ ਰਾਹ ਮਟੀਰੀਅਲ ਦੀ ਹੈਲਪ ਨਾਲ ਕੋਈ ਨਵਾਂ ਪ੍ਰੋਡਕਟ ਤਿਆਰ ਕਰਨ ਵਾਸਤੇ ਸਾਡੀ ਹੈਲਪ ਕਰਦੇ ਆ। ਨੈਕਸਟ ਬਾਇਓਡਿਵਰਸਿਟੀ ਔਰ ਬਾਇਓਲੋਜੀਕਲ ਡਿਵਰਸਿਟੀ, ਮਤਲਬ ਜੀਵ ਵਿਭਿੰਨਤਾ ਹੈ ਕੀ ਹੈ। Biodiversity is immensely rich in the wildlife and cultivated species, diverse from and function but closely integrated in a system through multiple network of interdependency। ਜੈਵ ਵਿਭਿੰਨਤਾ ਮਤਲਬ ਬਹੁਤ ਸਾਰੀਆਂ ਜੰਗਲੀ ਜਾਤੀਆਂ, ਕਲਟੀਵੇਟਡ ਮਤਲਬ ਕਾਸ਼ਤ ਕੀਤੀਆਂ ਜਾਣ ਵਾਲੀਆਂ ਪੌਦੇ ਵਗੈਰਾ ਦੀਆਂ ਜਾਤੀਆਂ, ਇਹ ਸਾਰਿਆਂ ਦੇ ਵਿੱਚ ਬਹੁਤਾਤ ਹੋਣਾ। ਰਿਚ ਮੀਨਸ ਬਹੁਤਾਤ, ਇਹਨਾਂ ਦੀ ਕੁਆਂਟਿਟੀ ਜਾਂ ਇਹਨਾਂ ਦੀਆਂ ਟਾਈਪਸ ਜਿਹੜੀਆਂ ਬਹੁਤ ਜ਼ਿਆਦਾ ਹੋਣਾ। ਡਿਵਰਸ ਇਨ ਫੋਰਮ ਐਂਡ ਫੰਕਸ਼ਨ, ਮਤਲਬ ਇਹਨਾਂ ਦੇ ਡਿਵਰਸ, ਇਹਨਾਂ ਦੇ ਕੰਮ, ਫੰਕਸ਼ਨ ਜਾਂ ਇਹਨਾਂ ਦੀ ਕਿਸਮ ਉਹ ਅਲੱਗ-ਅਲੱਗ ਹੋਣਾ। ਬਟ ਕਲੋਜ਼ਲੀ ਇੰਟੀਗ੍ਰੇਟਡ ਇਨ ਏ ਸਿਸਟਮ, ਪਰ ਇੱਕ ਅਜਿਹੇ ਸਿਸਟਮ ਦੇ ਨਾਲ ਇੰਟੀਗ੍ਰੇਟਡ, ਇਹ ਏਕੀਕਰਨ ਹੈ, ਇਹਨਾਂ ਦੀ ਏਕਤਾ ਕੀਤੀ ਹੋਈ ਆ ਮਲਟੀਪਲ ਨੈਟਵਰਕ ਆਫ ਇੰਟਰਡਿਪੈਂਡੈਂਸੀ, ਕਿ ਇਹਨਾਂ ਨੂੰ ਇੱਕ ਦੂਸਰੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਇਹ ਸਾਰੇ ਇੱਕ ਦੂਸਰੇ ਉੱਪਰ ਨਿਰਭਰ ਆ। ਇਹਨਾਂ ਦੇ ਵਿੱਚੋਂ ਕੋਈ ਇੱਕ ਜਾਣਾ ਜਾਂ ਕਹਿ ਲਈਏ ਪਲਾਂਟਸ ਹੈ, ਐਨੀਮਲਸ ਹੈ, ਇਹ ਹਰ ਕੋਈ ਆਪਣੀਆਂ ਲੋੜਾਂ ਆਪ ਨਹੀਂ ਪੂਰੀਆਂ ਕਰ ਸਕਦਾ। ਹਰੇਕ ਨੂੰ, ਪਲਾਂਟਸ ਨੂੰ ਆਪਣਾ ਬਰੀਥ ਲੈਣ ਵਾਸਤੇ ਕਾਰਬਨ ਡਾਈਆਕਸਾਈਡ ਦੀ ਲੋੜ ਆ। ਕਾਰਬਨ ਡਾਈਆਕਸਾਈਡ ਹਿਊਮਨ ਬੀਇੰਗਸ ਆ ਉਹ ਲੀਵ ਕਰਦੇ ਆ। ਇਸ ਤਰ੍ਹਾਂ ਹਿਊਮਨ ਬੀਇੰਗਸ ਨੂੰ ਆਕਸੀਜਨ ਦੀ ਲੋੜ ਆ। ਆਕਸੀਜਨ ਜਿਹੜਾ ਪਲਾਂਟਸ ਦੇ ਕੋਲੋਂ ਪ੍ਰਾਪਤ ਹੁੰਦੀ ਆ। ਐਨੀਮਲਸ ਐਕਸੈਟਰਾ ਕੋਈ ਪਲਾਂਟਸ ਦੇ ਬੀਜ, ਸੀਡਸ ਸਪਰੈਡ ਕਰਨ ਵਾਸਤੇ ਹੈਲਪ ਕਰਦੇ ਆ। ਇਨਸੈਕਟ ਵਗੈਰਾ ਕੁਛ ਜਿਹੜੇ ਹਾਰਮਲੈਸ ਹੁੰਦੇ ਆ, ਕੁਛ ਖਤਰਨਾਕ ਜੀਵ ਜੰਤੂ ਜਾਂ ਔਰਗਨਿਜ਼ਮ, ਇਹਨਾਂ ਨੂੰ ਖ਼ਤਮ ਕਰਨ ਵਾਸਤੇ, ਜਾਂ ਵਰਮਿੰਗ ਕੰਪੋਸਟਿੰਗ ਰਾਹੀਂ ਅਰਥਵਾਰਮ ਜਿਹੜਾ ਉਹ ਜ਼ਮੀਨ ਦੀ, ਸੋਇਲ ਦੀ ਫਰਟੀਲਿਟੀ ਇਨਕਰੀਜ਼ ਕਰਨ ਵਾਸਤੇ ਹੈਲਪ ਕਰਦੇ। ਇਸ ਤਰੀਕੇ ਨਾਲ ਮਤਲਬ ਕੋਈ ਵੀ ਜੀਵ ਆ ਹਰੇਕ ਦੇ ਕਿਸੇ ਨਾ ਕਿਸੇ ਤਰੀਕੇ ਨਾਲ ਡਿਪੈਂਡ ਕਰਦਾ ਪਿਆ ਹੈ। ਹਰੇਕ ਕੋਈ ਆਪਣਾ ਕੰਮ ਆਪ ਨਹੀਂ ਕਰ ਸਕਦਾ, ਕਿਉਂਕਿ ਆਪਾਂ ਆਪਣੇ ਘਰ ਦੇ ਵਿੱਚ ਵੇਖੀਏ, ਇੱਕ ਆਦਮੀ ਜਿਹੜਾ ਉਹ ਸਾਰਾ ਵਰਕ ਨਹੀਂ ਕਰ ਸਕਦਾ। ਹਰੇਕ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਆਂਢ ਗੁਆਂਢ, ਗੌਰਮੈਂਟ 'ਤੇ ਜਾਂ ਕਿਸੇ ਆਫਿਸ 'ਤੇ ਜਾਂ ਕਿਸੇ ਵੀ ਹੋਰ ਸੋਰਸ ਦੇ ਉੱਪਰ ਡਿਪੈਂਡ ਰਹਿਣਾ ਪੈਂਦਾ ਹੈ। ਅਗਰ ਆਪਾਂ ਆਖੀਏ ਕਿ ਅਸੀਂ ਆਪਣੀਆਂ ਲੋੜਾਂ ਆਪੇ ਪੂਰੀਆਂ ਕਰ ਸਕਦੇ, ਨਹੀਂ। ਸਾਡੀ ਸਭ ਤੋਂ ਪਹਿਲਾਂ ਸਭ ਤੋਂ ਮਹੱਤਵਪੂਰਨ ਲੋੜ ਆ ਫੂਡ ਹੈ ਜਿਹੜਾ, ਉਹ ਵੀ ਅਸੀਂ ਆਪਣਾ ਆਪ ਪ੍ਰੋਡਿਊਸ ਨਹੀਂ ਕਰ ਸਕਦੇ। ਉਹ ਵੀ ਅਸੀਂ ਸੋਇਲ ਦੇ ਕੋਲੋਂ ਅਸੀਂ ਕਲਟੀਵੇਸ਼ਨ ਕਰਦੇ ਹਾਂ, ਸੋਇਲ ਦੇ ਵਿੱਚ ਫੂਡ ਉਗਾਵਾਂਗੇ, ਫਿਰ ਉੱਥੋਂ ਪ੍ਰਾਪਤ ਕਰਕੇ ਅਸੀਂ ਆਪਣੀ ਲੋੜ ਪੂਰੀ ਕਰ ਸਕਦੇ ਹਾਂ। ਮਤਲਬ ਆਪਾਂ ਆਪਣੀ ਬੋਡੀ ਨਾਲ ਆਪ ਖੁਦ ਭੋਜਨ ਜਿਹੜਾ ਨਹੀਂ ਤਿਆਰ ਕਰ ਸਕਦੇ। ਇਸ ਤਰੀਕੇ ਨਾਲ ਹੋਰ ਜੀਵ ਜੰਤੂ ਆ ਉਹਨਾਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਇਸ ਤਰ੍ਹਾਂ ਦੂਸਰੇ ਜੀਵਾਂ ਦੇ ਉੱਪਰ ਨਿਰਭਰ ਰਹਿਣਾ ਪੈਂਦਾ ਹੈ। ਨੈਕਸਟ ਟੋਪਿਕ ਫਲੋਰਾ ਐਂਡ ਫੌਨਾ ਇਨ ਇੰਡੀਆ। ਫਲੋਰਾ ਮੀਨਸ ਹੁੰਦਾ ਹੈ ਪਲਾਂਟਸ ਸਪੈਸੀਜ਼, ਮਤਲਬ ਪੌਦਿਆਂ ਦੀਆਂ ਜਾਤੀਆਂ। ਫਲੋਰਾ ਫਲਾਰ ਵਰਡ ਤੋਂ ਯਾਦ ਰੱਖਿਓ, ਫਲੋਰਾ ਪਲਾਂਟਸ ਲਈ ਵਰਤਿਆ ਜਾਂਦਾ ਹੈ। ਫੌਨਾ ਮੀਨਸ ਐਨੀਮਲਸ ਵਾਸਤੇ ਯੂਜ਼ ਕੀਤਾ ਜਾਂਦਾ ਹੈ ਕਿ ਐਨੀਮਲ ਦੀਆਂ ਸਪੈਸੀਜ਼ ਕਿਹੜੀਆਂ ਪਾਈਆਂ ਜਾਂਦੀਆਂ ਇੰਡੀਆ ਦੇ ਵਿੱਚ। ਇਫ ਯੂ ਲੁੱਕ ਅਰਾਊਂਡ ਯੂ ਵਿਲ ਬੀ ਏਬਲ ਟੂ find that there are some animals and the plants which are unique in your area। ਕਹਿੰਦੇ ਅਗਰ ਤੁਸੀਂ ਆਪਣੇ ਆਲੇ ਦੁਆਲੇ ਦੇਖੋਗੇ, ਤੁਹਾਨੂੰ ਜਿਹੜਾ ਇਸ ਚੀਜ਼ ਦਾ ਪਤਾ ਲੱਗੇ ਜਾਂ ਤੁਸੀਂ ਇਸ ਚੀਜ਼ ਨੂੰ ਵੇਖਣ ਦੇ ਯੋਗ ਹੋਵੋਗੇ ਕਿ ਤੁਹਾਡੇ ਆਲੇ ਦੁਆਲੇ ਕੁਛ ਐਨੀਮਲਸ ਜਾਂ ਕੁਝ ਪਲਾਂਟਸ ਅਜਿਹੇ ਆ ਜਿਹੜੇ ਯੂਨੀਕ, ਵਿਲੱਖਣ ਆ, ਮਤਲਬ ਉਹ ਦੂਸਰੇ ਏਰੀਏ ਦੇ ਵਿੱਚ ਨਹੀਂ ਪਾਏ ਜਾਂਦੇ। ਮਤਲਬ ਅਗਰ ਮੰਨ ਲਓ ਕਿ ਇਮੈਜਿਨ ਕਰੋ ਆਪਾਂ ਜੰਮੂ ਐਂਡ ਕਸ਼ਮੀਰ ਦੇ ਵਿੱਚ ਰਹਿੰਦੇ ਪਏ ਹਾਂ, ਉੱਥੇ ਸਾਨੂੰ ਬਹੁਤ ਸਾਰੇ ਐਪਲ ਟਰੀ ਔਰ ਜਿਹੜਾ ਕੇਸਰ ਦੇ ਪਲਾਂਟਸ ਜਿਹੜੇ ਪ੍ਰਾਪਤ ਹੋਣਗੇ। ਅਗਰ ਆਪਾਂ ਪੰਜਾਬ ਦੇ ਵਿੱਚ ਆਈਏ, ਉੱਥੋਂ ਹੁਣ ਨਾ ਤਾਂ ਸਾਨੂੰ ਇੱਥੇ ਐਪਲ ਦੇ ਟਰੀਜ਼ ਪ੍ਰਾਪਤ ਹੋਣਗੇ, ਨਾ ਸਾਨੂੰ ਕੇਸਰ ਦੇ ਟਰੀਜ਼ ਪ੍ਰਾਪਤ ਹੋਣਗੇ। ਇਸ ਤਰ੍ਹਾਂ ਕੁਛ ਐਨੀਮਲਸ ਆ ਜੋ ਜੰਮੂ ਕਸ਼ਮੀਰ ਦੇ ਵਿੱਚ ਪਾਏ ਜਾ ਸਕਦੇ ਆ, ਪੰਜਾਬ ਦੇ ਵਿੱਚ ਨਹੀਂ। ਕਹਿਣ ਦਾ ਭਾਵ ਕਿ ਹਰੇਕ ਏਰੀਏ ਦੇ ਵਿੱਚ ਕੁਛ ਪਲਾਂਟਸ ਔਰ ਕੁਛ ਐਨੀਮਲਸ ਐਕਸੈਕਟਰਾ ਆਪਣੇ ਹੀ ਸਥਾਨਕ ਇੰਡੀਜਨਸ ਸਥਾਨਕ ਇਲਾਕੇ ਦੇ ਵਿੱਚ ਪਾਏ ਜਾਂਦੇ ਆ। ਉਸ ਏਰੀਏ ਤੋਂ ਬਾਹਰ ਉੱਪਰ ਜਾਤੀਆਂ ਨਹੀਂ ਪਾਈਆਂ ਜਾਂਦੀਆਂ। ਇਨ ਫੈਕਟ ਇੰਡੀਆ ਇਜ਼ ਵਨ ਆਫ ਦਾ ਵਰਲਡਸ ਰਿਚੈਸਟ ਕੰਟਰੀ ਇਨ ਟਰਮਸ ਆਫ ਇਟਸ ਵਾਸਟ ਏਰੀਆ ਆਫ ਦਾ ਬਾਇਓਲੋਜੀਕਲ ਡਿਵਰਸਿਟੀ।
ਪਰ ਭਾਰਤ ਦਾ ਕਹਿੰਦੇ ਇੱਕ ਵਿਸ਼ਾਲ ਖੇਤਰ ਹੋਣ ਦਾ ਕਰਕੇ ਇਹਦੇ ਵਿੱਚ ਬਹੁਤ ਸਾਰੇ ਜੀਵ ਵੱਖ-ਵੱਖ ਕਿਸਮਾਂ ਦੇ ਜੀਵ ਪਾਏ ਜਾਂਦੇ ਆ। ਜਿਸ ਤਰ੍ਹਾਂ ਹੁਣ ਕੁਛ ਕੰਟਰੀ ਦੇ ਏਰੀਆ ਛੋਟਾ ਹੋਣ ਦਾ ਕਰਕੇ ਉਸ ਏਰੀਏ ਦੇ ਵਿੱਚ ਜ਼ਿਆਦਾ ਤੌਰ 'ਤੇ ਟੈਂਪਰੇਚਰ ਐਨਵਾਇਰਨਮੈਂਟ ਸੇਮ ਹੋਣ ਦਾ ਕਰਕੇ ਇੱਕ ਹੀ ਤਰ੍ਹਾਂ ਦੇ ਪੇੜ ਪੌਦੇ ਔਰ ਐਨੀਮਲਸ ਪਾਏ ਜਾਂਦੇ ਆ। ਪਰ ਇੰਡੀਆ ਦੇ ਹਰੇਕ ਸਟੇਟ ਦਾ ਵੈਦਰ ਕਲਾਈਮੇਟ ਟੈਂਪਰੇਚਰ ਸੈਪਰੇਟ ਹੋਣ ਦਾ ਕਰਕੇ ਹਰੇਕ ਸਟੇਟ ਦੀਆਂ ਕੁਛ ਇੰਡੀਜੈਨਸ ਸਥਾਨਕ ਜਾਤੀਆਂ ਏ ਜੋ ਕਿ ਅਲੱਗ ਤੌਰ 'ਤੇ ਬਾਕੀ ਸਟੇਟਸ ਨਾਲੋਂ ਪਾਈਆਂ ਜਾਂਦੀਆਂ ਏ। ਮਤਲਬ ਟੈਂਪਰੇਚਰ ਜਿੱਥੇ ਜ਼ਿਆਦਾ ਹੈ ਜਿਵੇਂ ਕਿ ਰਾਜਸਥਾਨ ਵਿੱਚ ਅਜਿਹੇ ਇਲਾਕਿਆਂ ਦੇ ਵਿੱਚ ਕੈਮਲਸ ਐਕਸੈਕਟਰਾ ਪਾਏ ਜਾਂਦੇ ਆ ਜੋ ਕਿ ਹੌਟ ਡੈਜ਼ਰਟ ਦੇ ਵਿੱਚ ਸਰਵਾਈਵ ਕਰ ਸਕਦੇ ਆ। ਇਸੇ ਤਰ੍ਹਾਂ ਜੰਮੂ ਐਂਡ ਕਸ਼ਮੀਰ ਲੱਦਾਖ ਏਰੀਆ ਜੋ ਕਿ ਕੋਲਡ ਰੀਜਨ ਆ, ਇਹਨਾਂ ਇਲਾਕਿਆਂ ਦੇ ਵਿੱਚ ਪੋਲਰ ਬੀਅਰ ਐਕਸੈਕਟਰਾ ਐਨੀਮਲਸ ਪਾਏ ਜਾਂਦੇ ਆ। ਕਹਿਣ ਦਾ ਭਾਵ ਕਿ ਭਾਰਤ ਦਾ ਵਿਸ਼ਾਲ ਖੇਤਰ ਹੋਣ ਦਾ ਕਰਕੇ ਵੱਡਾ ਖੇਤਰ ਹੋਣ ਦਾ ਕਰਕੇ ਹਰੇਕ ਸਟੇਟ ਦਾ ਟੈਂਪਰੇਚਰ ਅਲੱਗ ਹੈ। ਇਸ ਕਰਕੇ ਬਹੁਤ ਸਾਰੇ ਜੀਵ ਜੰਤੂ ਔਰ ਪੌਦੇ ਅਜਿਹੇ ਪਾਏ ਜਾਂਦੇ ਆ ਜੋ ਕਿ ਅਲੱਗ-ਅਲੱਗ ਤਰ੍ਹਾਂ ਦੇ ਟੈਂਪਰੇਚਰ ਵਿੱਚ ਸਰਵਾਈਵ ਕਰਦੇ ਆ। ਉਹ ਇੰਡੀਆ ਵਿੱਚ ਤਾਂ ਹੀ ਪਾਏ ਜਾਂਦੇ ਕਿਉਂਕਿ ਇੰਡੀਆ ਦੇ ਵਿੱਚ ਹਰੇਕ ਤਰ੍ਹਾਂ ਦਾ ਟੈਂਪਰੇਚਰ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਕੋਈ ਸਟੇਟ ਦਾ ਟੈਂਪਰੇਚਰ ਅਬਵ 50 ਔਰ ਨੀਅਰ 50 ਚਲ ਜਾਂਦਾ ਹੈ। ਕੁਛ ਸਟੇਟਸ ਅਜਿਹੀਆਂ ਹੈ ਜਿਨ੍ਹਾਂ ਦਾ ਟੈਂਪਰੇਚਰ 0 ਡਿਗਰੀ ਸੈਲਸੀਅਸ ਔਰ ਕਈਆਂ ਦਾ ਮੋਡਰੇਟ ਟੈਂਪਰੇਚਰ ਜਿਹੜਾ ਪ੍ਰਾਪਤ ਹੋ ਜਾਂਦਾ ਹੈ। ਇਸ ਤਰੀਕੇ ਨਾਲ ਹਰੇਕ ਮੌਸਮ ਦੇ ਵਿੱਚ ਪਾਏ ਜਾਣ ਵਾਲੇ ਜੀਵ ਜੰਤੂ ਔਰ ਪਲਾਂਟਸ ਇਸ ਕੰਟਰੀ ਦੇ ਵਿੱਚ ਅਵੇਲੇਬਲ ਨੇ। ਦਿਸ ਇਜ਼ ਪੋਸੀਬਲ ਟਵਾਈਸ ਔਰ ਥਰਾਈਸ ਦਾ ਨੰਬਰ ਯੈਟ ਟੂ ਬੀ ਡਿਸਕਵਰਡ। ਕਹਿੰਦੇ ਇਹ ਸੰਭਾਵਨਾ ਕਿ ਜਿੰਨੀਆਂ ਜਾਤੀਆਂ ਪ੍ਰਜਾਤੀਆਂ ਦਾ ਕਿਸਮਤ ਅਸੀਂ ਹੁਣ ਤੱਕ ਪਤਾ ਲਗਾਏ ਇਹਨਾਂ ਦੇ ਨਾਲੋਂ ਗਿਣਤੀ ਕਾਊਂਟਿੰਗ ਟਵਾਈਸ ਡਬਲ ਔਰ ਥਰਾਈਸ ਜਾਂ 3 ਗੁਣਾ ਹੋ ਸਕਦੀ ਹੈ ਜਿੰਨੀਆਂ ਅਸੀਂ ਹੁਣ ਤੱਕ ਪਤਾ ਲਗਾ ਲਈਆਂ ਕਿਉਂਕਿ ਵਾਸਟ ਏਰੀਆ ਹੋਣ ਦਾ ਕਰਕੇ ਬਹੁਤ ਸਾਰੀਆਂ ਪ੍ਰਜਾਤੀਆਂ ਹੋ ਸਕਦੀਆਂ ਅਜੇ ਵੀ ਸਾਡੀ ਪਹੁੰਚ ਤੋਂ ਦੂਰ ਹੋਣ। ਯੂ ਹੈਵ ਆਲਰੇਡੀ ਸਟੱਡੀ ਇਨ ਡਿਟੇਲ ਅਬਾਊਟ ਦਾ ਐਕਸਟੈਂਟ ਐਂਡ ਦਾ ਵੈਰਾਈਟੀ ਆਫ ਦਾ ਫੋਰੈਸਟ ਐਂਡ ਦਾ ਵਾਈਲਡ ਲਾਈਫ ਰਿਸੋਰਸਿਸ ਇਨ ਇੰਡੀਆ। ਪ੍ਰੀਵੀਅਸ ਚੈਪਟਰ ਵਿੱਚ ਕਹਿੰਦੇ ਤੁਸੀਂ ਪਹਿਲਾਂ ਹੀ ਪੜ੍ਹ ਚੁੱਕੇ ਹੋ ਕਿ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਜੰਗਲਾਂ ਦੀਆਂ ਔਰ ਜੰਗਲੀ ਜੀਵਾਂ ਦੀਆਂ ਹੱਦਾਂ ਔਰ ਵੈਰਾਈਟੀ ਕਿਸਮਾਂ ਕਿੰਨੇ ਤਰ੍ਹਾਂ ਦੀਆਂ ਨੇ। ਯੂ ਮੇ ਹੈਵ ਰੀਅਲਾਈਜ਼ ਦਾ ਇੰਪੋਰਟੈਂਸ ਆਫ ਦਾ ਦੀਜ਼ ਰਿਸੋਰਸਿਸ ਇਨ ਆਵਰ ਡੇਲੀ ਲਾਈਫ। ਕਹਿੰਦੇ ਤੁਹਾਨੂੰ ਹੁਣ ਆਮ ਹੀ ਇਹ ਮਹਿਸੂਸ ਹੋ ਗਿਆ ਹੋਏਗਾ ਜਾਂ ਰੀਅਲਾਈਜ਼ ਪਤਾ ਲੱਗ ਗਿਆ ਹੋਏਗਾ ਕਿ ਇਹਨਾਂ ਰਿਸੋਰਸਿਸ ਦੀ ਇਹਨਾਂ ਚੀਜ਼ਾਂ ਦੀ ਸਾਡੀ ਡੇਲੀ ਲਾਈਫ ਦੇ ਵਿੱਚ ਕਿੰਨੀ ਇੰਪੋਰਟੈਂਸ। These diverse flora and fauna are so well integrated in our daily life that we take these for granted। ਮਤਲਬ ਇਸ ਫਲੋਰਾ ਔਰ ਫੌਨਾ ਇਹਨਾਂ ਜੀਵ ਜੰਤੂਆਂ ਔਰ ਪੌਦਿਆਂ ਦੀ ਸਾਡੇ ਨਾਲ ਇੰਨੀ ਏਕਤਾ ਹੋਈ ਹੈ ਕਿ ਅਸੀਂ ਇਹਨਾਂ ਨੂੰ ਆਪਣੇ ਤੋਂ ਅਲੱਗ ਨਹੀਂ ਕਰ ਸਕਦੇ ਔਰ ਅਸੀਂ ਇਹਨਾਂ ਤੱਕ ਆਪਣੀ ਪਹੁੰਚ ਅਪਣਾਈ ਹੋਈ ਹੈ। ਬਟ ਲੇਟਲੀ they are under great stress mainly due to the insensitivity to our environment। ਪਰ ਪਿਛਲੇ ਕੁਝ ਸਮੇਂ ਤੋਂ ਕਹਿੰਦੇ ਇਹਨਾਂ ਦੇ ਉੱਪਰ ਇੱਕ ਬਹੁਤ ਸਾਰਾ ਦਬਾਅ ਬਣਿਆ ਹੋਇਆ ਹੈ ਕਿਉਂਕਿ ਅਸੀਂ ਆਪਣੇ ਇਨਵਾਇਰਮੈਂਟ ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਨਹੀਂ ਹਾਂ, ਮਤਲਬ ਇਹਦੀ ਕੇਅਰ ਨਹੀਂ ਕਰਦੇ ਪਏ ਜਿਹਦੇ ਅਨੁਸਾਰ ਇਹਨਾਂ ਪ੍ਰਜਾਤੀਆਂ ਨੂੰ ਇਹਨਾਂ ਦੀ ਹੋਣ ਵਾਸਤੇ ਇੱਕ ਖਤਰਾ ਬਣਿਆ ਹੋਇਆ ਅਤੇ ਇਨਵਾਇਰਮੈਂਟ ਵਿੱਚ ਬਹੁਤ ਸਾਰੀਆਂ ਚੇਂਜਿਸ ਆ ਰਹੀਆਂ ਹੈ। ਨੈਕਸਟ ਉਹਨਾਂ ਇੱਕ ਐਕਟੀਵਿਟੀ ਦਿੱਤੀ ਹੈ ਫਾਈਂਡ ਆਊਟ ਸਟੋਰੀਜ਼ ਪ੍ਰੀਵੈਲੈਂਟ ਇਨ ਯੂਅਰ ਰੀਜਨਸ ਵਿਚ ਆਰ ਅਬਾਊਟ ਦਾ ਹਾਰਮੋਨੀਅਸ ਰਿਲੇਸ਼ਨਸ਼ਿਪ ਬਿਟਵੀਨ ਦਾ ਹਿਊਮਨ ਬੀਇੰਗਸ ਐਂਡ ਦਾ ਨੇਚਰ। ਕਹਿੰਦੇ ਤੁਸੀਂ ਆਪਣੇ ਸਥਾਨਕ ਏਰੀਏ ਦੇ ਵਿੱਚ ਕੋਈ ਇੱਕ ਪ੍ਰਸਿੱਧ ਸਟੋਰੀ ਬਾਰੇ ਦੱਸੋ ਜਿਹਦੇ ਅਨੁਸਾਰ ਮਨੁੱਖਾਂ ਦਾ ਅਤੇ ਉਸ ਵਿੱਚ ਰਹਿਣ ਵਾਲੇ ਕੁਦਰਤ ਦੇ ਹੋਰ ਜੀਵਾਂ ਦਾ ਰਿਸ਼ਤਾ ਦਰਸਾਇਆ ਗਿਆ ਹੋਵੇ। ਮਤਲਬ ਜਿਸ ਤਰ੍ਹਾਂ ਆਪਾਂ ਇੱਕ ਪੜ੍ਹਦੇ ਹਾਂ ਚਿਪਕੋ ਅੰਦੋਲਨ ਬਾਰੇ, ਚਿਪਕੋ ਮੂਵਮੈਂਟ, ਕਿ ਉੱਥੋਂ ਦੇ ਲੋਕਾਂ ਨੇ ਆਪਣੇ ਟਰੀਸ ਵਗੈਰਾ ਟਰੀ ਵਗੈਰਾ ਬਚਾਉਣ ਵਾਸਤੇ ਲੋਕਾਂ ਨੇ ਟਰੀਸ ਨੂੰ ਹੱਗ ਕਰਨਾ ਸ਼ੁਰੂ ਕਰ ਦਿੱਤਾ ਕਿ ਅਸੀਂ ਇਹਨਾਂ ਨੂੰ ਕੱਟਣ ਨਹੀਂ ਦੇਵਾਂਗੇ। ਮਤਲਬ ਇਸ ਤਰ੍ਹਾਂ ਦੀ ਅਗਰ ਕੋਈ ਸਟੋਰੀ ਤੁਹਾਡੇ ਇਲਾਕੇ ਵਿੱਚ ਰੀਜਨ ਵਿੱਚ ਹੈ ਅਵੇਲੇਬਲ ਉਸ ਨੂੰ ਕਹਿੰਦੇ ਆ ਰਾਈਟ ਕਰੋ ਔਰ ਫਾਈਂਡ ਆਊਟ ਕਰੋ। Some estimates suggest that at least 10% of India's recorded wild flora and 20% of its mammals are on the threatened list। ਕਹਿੰਦੇ ਇੱਕ ਸਰਵੇ ਦੇ ਅਨੁਸਾਰ ਆਖਿਆ ਗਿਆ ਹੈ ਕਿ ਭਾਰਤ ਦੇ ਵਿੱਚ ਘੱਟੋ ਘੱਟ 10% ਵਾਈਲਡ ਫਲੋਰਾ ਮਤਲਬ ਜੰਗਲ ਦੇ ਪਲਾਂਟਸ, 20% ਆਫ ਇਟਸ ਮੈਮਲ ਅਤੇ 20% ਦੁਧਾਰੂ ਜੀ ਉਹਨਾਂ ਦੀ ਲਿਸਟ ਤਿਆਰ ਕੀਤੀ ਗਈ ਹੈ ਜਿਨ੍ਹਾਂ ਦੀ ਹੋਣ ਵਾਸਤੇ ਇੱਕ ਖਤਰਾ ਪੈਦਾ ਹੋਇਆ ਹੈ। ਥ੍ਰੈਟਨ ਲਿਸਟ ਮਤਲਬ ਜਿਨ੍ਹਾਂ ਦੇ ਖਤਮ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ ਸਾਨੂੰ। ਮੈਨੀ ਆਫ ਦੀਜ਼ ਵੁੱਡ ਨਾਓ ਬੀ ਦਾ ਕੈਟੇਗਰੀ ਐਜ਼ ਦਾ ਕ੍ਰਿਟੀਕਲ। ਇਹਨਾਂ ਵਿੱਚੋਂ ਬਹੁਤ ਸਾਰੇ ਜੀਵ ਜਾਂ ਬਹੁਤ ਸਾਰੇ ਪਲਾਂਟਸ ਨੂੰ ਕ੍ਰਿਟੀਕਲ ਲਿਸਟ ਵਿੱਚ ਕਾਊਂਟ ਕੀਤਾ ਜਾਂਦਾ ਹੈ। ਕ੍ਰਿਟੀਕਲ ਲਿਸਟ ਮਤਲਬ ਇਹਨਾਂ ਦੀ ਕੰਡੀਸ਼ਨ ਜਿਹੜੀ ਬਹੁਤ ਜ਼ਿਆਦਾ ਗੰਭੀਰ ਆ, ਬਹੁਤ ਜ਼ਿਆਦਾ ਖਤਰਾ ਪੈਦਾ ਹੋ ਚੁੱਕਿਆ ਹੈ ਇਹਨਾਂ ਨੂੰ। ਦਿਸ ਇਜ਼ ਔਨ ਦਾ ਵਰਜ ਆਫ ਦਾ ਐਕਸਟਿੰਕਸ਼ਨ ਲਾਈਕ ਦਾ ਚੀਥਾ, ਪਿੰਕ ਹੈਡਡ ਡਕ, ਮਾਊਂਟੇਨ ਕੁਏਲ,
forest spotter owlet and the plant like madhuka in science, a wild variety of the mahua and the ਹੁਬਾਡੀਆ ਹੈਪਟਨਰੋਨ ਇਹ ਸਪਾਈਸਿਸ ਆਫ ਗ੍ਰਾਸ। ਮਤਲਬ ਇਹ ਸਾਰੀਆਂ ਵਰਡ ਆਫ ਐਕਸਟਿੰਕਸ਼ਨ ਮੀਨਸ ਅਲੋਪ ਹੋਣ ਦੀ ਕਗਾਰ 'ਤੇ। ਜੋ ਵੀ ਨੇਮ ਇਹਨਾਂ ਨੇ ਸਾਨੂੰ ਦਿੱਤੇ ਆ ਇਹ ਸਾਰੇ ਜੀਵ ਜੰਤੂ ਔਰ ਪੌਦਿਆਂ ਦੇ ਨਾਮ ਦਿੱਤੇ ਆ ਜੋ ਕਿ ਅਲੋਪ ਹੋਣ ਦੀ ਕਗਾਰ 'ਤੇ ਆ। ਅਲੋਪ ਹੋਣ ਦੀ ਕਗਾਰ 'ਤੇ ਮਤਲਬ ਇਹਨਾਂ ਦੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚੋਂ ਸਿਰਫ ਹੁਣ ਸਾਡੇ ਕੋਲ ਕੁਛ ਸੈਂਕੜੇ 10 20 40 50 100 ਤੱਕ ਜਾਂ ਕੁਛ ਹੀ ਸੈਂਕੜਿਆਂ ਤੱਕ ਇਹਨਾਂ ਦੀ ਗਿਣਤੀ ਸਾਡੇ ਕੋਲ ਬਚੀ ਆ। ਅਗਰ ਇਹ ਵੀ ਖਤਮ ਹੋ ਜਾਣਗੇ ਇਨ ਤੋਂ ਬਾਅਦ ਇਹਨਾਂ ਦੇ ਅਗਲਾ ਕੋਈ ਵੀ ਜਨਰੇਸ਼ਨ ਸਾਡੇ ਕੋਲ ਪ੍ਰਾਪਤ ਇਹਨਾਂ ਦੀ ਨਹੀਂ ਹੋਵੇਗੀ। In fact, no one can say how many species may have already been lost। ਕਹਿੰਦੇ ਹੁਣ ਤੱਕ ਕੋਈ ਵੀ ਨਹੀਂ ਕਹਿ ਸਕਦਾ ਅਜੇ ਤੱਕ ਅਸੀਂ ਧਰਤੀ ਦੇ ਉੱਪਰ ਕਿੰਨੀਆਂ ਆਪਣੀਆਂ ਜੀਵ ਜੰਤੂਆਂ ਔਰ ਪੌਦੇ ਦੀਆਂ ਪ੍ਰਜਾਤੀਆਂ ਗਵਾ ਚੁੱਕੇ ਹਾਂ। To this we only talk of the larger and the more visible animal and the plants that have become the extinct, but what about the smaller animals like insect and the plants? ਕਹਿੰਦੇ ਅਸੀਂ ਤਾਂ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਸਿਰਫ ਵੱਡੇ ਵੱਡੇ ਜੀਵ ਜਾਂ ਵੱਡੇ ਵੱਡੇ ਪੌਦੇ ਜੋ ਕਿ ਸਾਨੂੰ ਵਿਜ਼ੀਬਲ ਆ ਉਹਨਾਂ ਦੀ ਗੱਲ ਕਰਦੇ ਹਾਂ। ਪਰ ਕਹਿੰਦੇ ਕੋਈ ਅਜਿਹੇ ਛੋਟੇ ਛੋਟੇ ਔਰਗਨਿਜ਼ਮ ਔਰ ਮਾਈਕਰੋ ਔਰਗਨਿਜ਼ਮ ਜੀਵ ਜੰਤੂ ਔਰ ਦਾ ਜਰਮਸ ਹੋ ਸਕਦਾ ਜੋ ਪੈਦਾ ਹੈਗੇ ਸੀ ਪਹਿਲਾਂ ਧਰਤੀ ਦੇ ਉੱਪਰ ਪਾਏ ਜਾਂਦੇ ਸੀ ਹੁਣ ਖਤਮ ਹੋ ਚੁੱਕੇ ਆ। ਉਹਨਾਂ ਦੀ ਗਿਣਤੀ ਦਾ ਉਹਨਾਂ ਦੇ ਸਰਵੇ ਬਾਰੇ ਕਿਸੇ ਨੂੰ ਕੁਛ ਨਹੀਂ ਪਤਾ। ਇਸ ਕਰਕੇ ਕਹਿੰਦੇ ਅਸੀਂ ਨਹੀਂ ਕਹਿ ਸਕਦੇ ਕਿ ਹੁਣ ਤੱਕ ਕਿੰਨੇ ਲੱਖ ਜਾਂ ਕਿੰਨੀਆਂ ਪ੍ਰਜਾਤੀਆਂ ਧਰਤੀ ਦੇ ਉੱਪਰ ਖਤਮ ਹੋ ਚੁੱਕੀਆਂ ਹੈ ਕਿਉਂਕਿ ਪਹਿਲਾਂ ਲੋਕ ਵੀ ਜ਼ਿਆਦਾ ਇਨਵਾਇਰਮੈਂਟ ਪ੍ਰਤੀ ਅਵੇਅਰਨੈਸ ਨਹੀਂ ਹੁੰਦੀ। ਇਹਦੇ ਪਿਛਲੇ ਕੁਝ ਸਾਲਾਂ ਤੋਂ ਜਦੋਂ ਤੋਂ ਗਲੋਬਲ ਵਾਰਮਿੰਗ ਦੀ ਪ੍ਰੋਬਲਮ ਆਉਣ ਲੱਗੀ ਹੈ ਫਿਰ ਕੁਝ ਏਜੰਸੀਆਂ ਬਣੀਆਂ ਜਿਨ੍ਹਾਂ ਨੇ ਇਨਵਾਇਰਮੈਂਟ ਦੀ ਕੇਅਰ ਕਰਨ ਵਾਸਤੇ ਆਪਣੇ ਕੋਈ ਸਟੈਪ ਚੱਕੇ ਆ ਔਰ ਗੌਰਮੈਂਟ ਦੇ ਕੋਲੋਂ ਕੁਛ ਲਾਅ ਪਾਸ ਕਰਵਾਏ ਆ ਜਿਹਦੇ ਅਨੁਸਾਰ ਆਪਾਂ ਨੂੰ ਇੱਕ ਸ਼ਿਕਾਰ ਕਰਨ ਔਰ ਡਿਫੋਰੈਸਟੇਸ਼ਨ ਦੇ ਉੱਪਰ ਜੰਗਲਾਂ ਦੀ ਕਟਾਈ ਵਗੈਰਾ ਦੇ ਉੱਪਰ ਆਪਣਾ ਪ੍ਰੋਹਿਬਿਸ਼ਨ ਪਾਬੰਦੀਆਂ ਲਗਾਈਆਂ ਗਈਆਂ ਹੈ। ਨੈਕਸਟ ਵੈਨਿਸ਼ਿੰਗ ਫੋਰੈਸਟ ਜੰਗਲਾਂ ਦਾ ਨਾਸ। ਭਾਰਤ ਦੇ ਵਿੱਚ ਜੰਗਲਾਂ ਦੀ ਕਟਾਈ ਬਹੁਤ ਜ਼ਿਆਦਾ ਤੇਜ਼ੀ ਨਾਲ ਕੀਤੀ ਗਈ ਹੈ। ਦਾ ਫੋਰੈਸਟ ਐਂਡ ਦਾ ਟਰੀ ਕਵਰ ਇਨ ਦਾ ਕੰਟਰੀ ਇਜ਼ ਐਸਟੀਮੇਟਡ ਐਟ ਦਾ 79.42 ਮਿਲੀਅਨ ਹੈਕਟੇਅਰ। ਇੱਕ ਅੰਦਾਜ਼ੇ ਦੇ ਅਨੁਸਾਰ ਇੰਡੀਆ ਦੇ ਵਿੱਚ 79.42 ਮਿਲੀਅਨ ਹੈਕਟੇਅਰ ਇਲਾਕੇ ਦੇ ਵਿੱਚ ਜੰਗਲ ਪਾਏ ਜਾਂਦੇ ਹੈ ਵਿਚ ਇਜ਼ ਦਾ 24.16% ਆਫ ਦਾ ਟੋਟਲ ਜਿਓਗ੍ਰਾਫੀਕਲ ਏਰੀਆ। ਜਿਹੜੇ ਕਿ ਟੋਟਲ 100 ਦੇ ਵਿੱਚੋਂ ਸਿਰਫ 24% ਜ਼ਮੀਨ ਦੇ ਉੱਪਰ ਇੰਡੀਆ ਦੇ ਵਿੱਚ ਜੰਗਲ ਆ। ਜਦਕਿ ਇੱਕ ਸਰਵੇ ਦੇ ਅਨੁਸਾਰ ਇੱਕ ਨੋਰਮਲ ਇਨਵਾਇਰਮੈਂਟ ਲਈ ਸਾਨੂੰ 33% ਫੋਰੈਸਟ ਹੋਣੇ ਜ਼ਰੂਰੀ ਆ ਪਰ ਇੰਡੀਆ ਦੇ ਵਿੱਚ ਸਿਰਫ 24.16% ਫੋਰੈਸਟ ਪਾਏ ਜਾਂਦੇ ਜਿਹਦੇ ਅਨੁਸਾਰ ਇਹਦਾ ਇਨਵਾਇਰਮੈਂਟ ਪਿਛਲੇ ਕੁਝ ਸਮੇਂ ਤੋਂ ਚੇਂਜ ਹੋ ਰਿਹਾ ਹੈ। ਆਪਾਂ ਹੁਣ ਵੀ ਦੇਖੀਏ ਹੁਣ ਮਈ ਦਾ ਮਹੀਨਾ ਚੱਲ ਰਿਹਾ ਹੈ। ਮਈ ਦੇ ਮਹੀਨੇ ਵਿੱਚ ਮੰਥ ਵਿੱਚ ਪਹਿਲਾਂ ਕਾਫੀ ਗਰਮੀ ਹੋ ਜਾਂਦੀ ਸੀ ਪਰ ਹੁਣ ਆਮ ਤੌਰ 'ਤੇ ਇਹਦਾ ਟੈਂਪਰੇਚਰ ਨੋਰਮਲ ਰਹਿੰਦਾ ਹੈ। ਮਤਲਬ ਇਹਦੇ ਸੀਜ਼ਨ ਜੋ ਆਪਾਂ ਕਾਊਂਟ ਕੀਤੇ ਗਏ ਸੀ ਕਿ ਸਤੰਬਰ ਤੋਂ ਦਸੰਬਰ ਤੱਕ ਵਿੰਟਰ ਸੀਜ਼ਨ ਹੈ ਐਕਸੈਕਟਰਾ ਇਸ ਤਰ੍ਹਾਂ ਆਪਾਂ ਮੰਥ ਵਾਈਜ਼ ਡਿਵਾਈਡ ਕੀਤੇ ਉਹ ਸਾਰੇ ਸੀਜ਼ਨ ਹੁਣ ਜਿਹੜਾ ਵਾ ਹੌਲੀ ਹੌਲੀ ਜਿਹੜੇ ਐਕਸਟੈਂਡ ਹੋਈ ਜਾ ਰਹੇ ਆ ਕਿਉਂਕਿ ਆਪਾਂ ਜੰਗਲਾਂ ਦੀ ਕਟਾਈ ਜ਼ਿਆਦਾ ਕੀਤੀ ਹੈ ਜਿਹਦੇ ਅਨੁਸਾਰ ਐਨਵਾਇਰਨਮੈਂਟ ਵਿੱਚ ਬਹੁਤ ਸਾਰੀਆਂ ਚੇਂਜਿਸ ਆ ਚੁੱਕੀਆਂ ਹੈ। ਇਸ 24% ਫੋਰੈਸਟ ਦੇ ਵਿੱਚੋਂ 12.2% ਫੋਰੈਸਟ ਡੈਂਸ ਫੋਰੈਸਟ ਮਤਲਬ ਜਿਹੜੇ ਬਹੁਤ ਜ਼ਿਆਦਾ ਸੰਘਣੇ ਫੋਰੈਸਟ ਹੈ ਓਪਨ ਫੋਰੈਸਟ ਜਿਨ੍ਹਾਂ ਦੇ ਵਿੱਚ ਕਿ ਕੁਛ ਟਰੀਸ ਹੈਗੇ ਆ ਕੁਛ ਜਿਹੜੇ ਸੁੱਕ ਜਾਂਦਾ ਕਰਕੇ ਉਹ ਸੈਪਰੇਟਡ ਆ 9.14% ਐਂਡ ਦਾ ਮੈਂਗਰੂਵ ਫੋਰੈਸਟ 0.14%। ਮੈਂਗਰੂਵ ਫੋਰੈਸਟ ਜ਼ਿਆਦਾਤਰ ਟਾਈਡਲ ਏਰੀਅਸ ਜਵਾਰ ਭਾਟਾ ਏਰੀਆ ਔਰ ਦਾ ਸੀ ਕੋਸਟਲ ਏਰੀਆ ਉਹਨਾਂ ਦੇ ਕੋਲ ਹੁੰਦਾ ਹੈ ਜਿਨ੍ਹਾਂ ਦੀ ਗਿਣਤੀ ਸਿਰਫ 0.14% ਹੈ। ਅਕੋਰਡਿੰਗ ਟੂ ਦਾ ਸਟੇਟ ਆਫ ਦਾ ਫੋਰੈਸਟ ਰਿਪੋਰਟ ਸਟੇਟ ਫੋਰੈਸਟ ਰਿਪੋਰਟ ਜੋ ਕਿ 2015 ਦੇ ਵਿੱਚ ਛਪੀ ਉਹਦੇ ਅਨੁਸਾਰ ਇੰਡੀਆ ਦੇ ਵਿੱਚ 3775 ਸਕੁਅਰ ਕਿਲੋਮੀਟਰ ਦੇ ਹਿਸਾਬ ਦੇ ਨਾਲ ਡੈਂਸ ਫੋਰੈਸਟ ਸੰਘਣੇ ਜੰਗਲ ਜਿਹੜੇ ਇਹ ਵੱਧ ਰਹੇ ਆ 2013 ਤੱਕ। ਹੋਵੈਵਰ ਦਿਸ ਅਪੇਰੈਂਟ ਇਨਕਰੀਜ਼ ਇਨ ਦਾ ਫੋਰੈਸਟ ਕਵਰ ਇਜ਼ ਡਿਊ ਟੂ ਕੰਜ਼ਰਵੇਸ਼ਨ ਮੇਜਰ। ਕਹਿੰਦੇ ਸਿਰਫ ਇਹਨਾਂ ਦੇ ਵਿੱਚ ਵਾਧਾ ਹੁਣ ਤਾਂ ਹੋਇਆ ਹੈ ਕਿਉਂਕਿ ਹੁਣ ਇਹਨਾਂ ਦੀ ਕੰਜ਼ਰਵੇਸ਼ਨ ਸਾਂਭ ਸੰਭਾਲ ਵਾਸਤੇ ਕੁਝ ਮੇਜਰਸ ਕੋਈ ਮਾਪਦੰਡ ਕੁਛ ਜਿਹੜੇ ਢੰਗ ਤਰੀਕੇ ਅਪਣਾਏ ਗਏ ਆ। ਮੈਨੇਜਮੈਂਟ ਇੰਟਰਵੈਂਸ਼ਨ ਐਂਡ ਦਾ ਪਲਾਂਟੇਸ਼ਨ ਇਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇੰਟਰਵੈਂਸ਼ਨ ਗੌਰਮੈਂਟ ਵੱਲੋਂ ਇਹਦੇ ਵਿੱਚ ਜਾਂ ਕੋਈ ਸਰਕਾਰੀ ਏਜੰਸੀਆਂ ਵੱਲੋਂ ਇਹਦੇ ਵਿੱਚ ਦਖਲਅੰਦਾਜ਼ੀ ਕਰਕੇ ਵੱਧ ਤੋਂ ਵੱਧ ਰੁੱਖ ਲਗਾਏ ਗਏ ਆ ਔਰ ਇਹਨਾਂ ਦੀ ਡਿਫੋਰੈਸਟੇਸ਼ਨ ਕਟਾਈ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ ਲਾਅ ਬਣਾਏ ਗਏ ਆ ਕਿ ਅਗਰ ਕਿਸੇ ਡਿਵੈਲਪਮੈਂਟ ਏਰੀਆ ਵਾਸਤੇ ਕੁਛ ਰੁੱਖ ਕੱਟਣੇ ਆ ਉਸ ਕੱਟੇ ਹੋਏ ਰੁੱਖਾਂ ਦੀ ਬਜਾਏ ਕਿਸੇ ਅਦਰ ਹੋਰ
कोई एप्रोप्रिएट जगह देख के उत्थे कुछ रुख जिहड़े लगाउणे भी पैणगे। इस करके पिछले समय तो मीनज 2013 तक हरेक साल का अनुसार 3775 स्क्वायर किलोमीटर के हिसाब नाल डेंस फॉरेस्ट जिहड़ा इन्हां दे विच वाधा होया है। Let us now understand the different category of existing plants and the animal species। ये पैराग्राफ सौखा है, सिर्फ इन्हां दा नेम तो आप हर एक स्पैसीज के बारे नॉलेज आप रिमैंबर याद रख सकते हैं। की क्या गया है, कहते ये असीं देखते हैं लेट अस नाउ अंडरस्टैंड द डिफरेंट कैटेगरी। असीं वक्रिया वक्रिया कैटेगरी के बारे देखेंगे ऑफ एग्जिस्टिंग प्लांट्स, जिहड़े प्लांट्स होंद विच हैगे आ, एंड एनिमल स्पैसीज, जिहड़े एनिमल्स होंद विच मतलब हुण साडे कोल मौजूद आ। बेस्ड ऑन द इंटरनेशनल यूनियन फॉर कंजरवेशन ऑफ नेचर एंड द नैचुरल रिसोर्स। ये रिपोर्ट या ये स्पैसीज जिन्होंने कैटेगरी बारे पढ़ना असीं, ये रिपोर्ट किन्हां ने इन्हां डिस्ट्रीब्यूट किया है, इंटरनेशनल यूनियन फॉर कंजरवेशन ऑफ नेचर एंड नैचुरल रिसोर्स, शॉर्टकट नेम IUCN। दिस इज आल्सो शॉर्ट क्वेश्चन, व्हाट इज द फुल फॉर्म ऑफ IUCN, देन यू राइट दिस डेफिनेशन। This agency responsible for the classification of existing plants and animal species। First of all, normal species। Normal species whose population levels are considered to be the normal, मतलब वो वालियां प्रजातियां जिन्हां दे लैवल ਜਾਂ जिन्हां ਦੀ गिनती कह सकते हैं नॉर्मल है, मतलब ना तो वो बहुत ज़्यादा ज़्यादा ना बहुत ज़्यादा घट है। नॉर्मल वो पहलों की वांग जो चलदियां पे, जिमें कि सच है कैटल, साल, पाइन, रोडेंट एक्सैक्ट्रा। रोडेंट मतलब एक चूहे रैट की फैमिली के विचों एनिमल्स पाई जाती है। नैक्सट स्पैसीज साडे कोल आ जाती है एंडेंजर्ड स्पैसीज, मतलब जिन्हां दी होंद वास्ते खतरा है। दीज आर स्पैसीज विच आर इन डेंजर ऑफ एक्सटिंक्शन, मतलब जिन्हां दी होंद वास्ते खतरा है, एक्सटिंक्शन होंदा है होंद। The survival of such a species is difficult if the negative factors that have led to a decline in their population continue to operate। ਕਹਿੰਦੇ ਇਹਨਾਂ ਦੀ ਗਿਣਤੀ ਵਾਸਤੇ ਜਾਂ ਇਹਨਾਂ ਦੀ ਹੋਂਦ ਵਾਸਤੇ ਉਦੋਂ ਖਤਰਾ ਪੈਦਾ ਹੋਏਗਾ ਜੇਕਰ ਅਸੀਂ ਆਪਣੇ ਨੈਗੇਟਿਵ ਫੈਕਟਰ ਜੋ ਇਹਨਾਂ ਦੀ ਗਿਣਤੀ ਘਟਾ ਰਹੇ ਆ ਉਹਨਾਂ ਨੂੰ ਲਗਾਤਾਰ ਯੂਜ਼ ਕਰਦੇ ਰਹੇ ਆ, ਉਹਨਾਂ ਨੈਗੇਟਿਵ ਫੈਕਟਰ ਪਿੱਛੇ ਨਹੀਂ ਹਟਦੇ, ਫਿਰ ਇਹਨਾਂ ਜੀਵਾਂ ਦੀ ਗਿਣਤੀ ਇਹਨਾਂ ਜੀਵਾਂ ਦੇ ਸਰਵਾਈਵਲ ਜ਼ਿੰਦਗੀ ਵਾਸਤੇ ਜੀਵਤ ਰਹਿਣ ਵਾਸਤੇ ਇੱਕ ਖਤਰਾ ਪੈਦਾ ਹੋ ਜਾਏਗਾ। ਇੱਥੇ ਉਹਨਾਂ ਨੇ ਉਹਨਾਂ ਦਾ ਨਾਮ ਦੱਸਿਆ ਜਿਹੜੇ ਐਨੀਮਲਸ ਔਰ ਬਰਡਸ ਜਿਨ੍ਹਾਂ ਦੀ ਜ਼ਿੰਦਗੀ ਨੂੰ ਖਤਰਾ ਹੈ, ਮਤਲਬ ਇਹਨਾਂ ਦੀ ਗਿਣਤੀ ਆਉਣ ਵਾਲੇ ਸਮੇਂ ਵਿੱਚ ਘਟ ਸਕਦੀ ਹੈ। ਦੇ ਗਿਵ ਦਾ ਨੇਮ ਬਲੈਕ ਬਕ, crocodile, Indian wild ass, Indian rhino, lion tailed, macaque, Shanghai brow enter deer in Manipur etc. All are the name of the wildlife. If you want to remember them, you can watch the picture of these animals from your Google. Next is the vulnerable species, whose population had declined to levels from where it is likely to move into the endangered category in the near future। मतलब कहते वलनरेबल स्पैसीज वो वाली प्रजातियां होंदियां जिन्हां की गिनती के लगातार इस लैवल तक घटती जा रही है कि आने वाले समय जेकर इस तेज़ी के नाल गिनती घट गई फिर इन्हों असीं वलनरेबल तो विचों कढ़ के एंडेंजर स्पैसी दे विच काउंट करन लग जाएंगे। मतलब इन्हां दी गिनती इन्हां दी होंद भी खतरे विच हो जाएगी कि ये भी खत्म होने वाली प्रजातियां बन गई। मतलब अजे इन्हां दी गिनती काउंटिंग मेनटेन है, पर अगर आप नैगेटिव फैक्टर इन्हां प्रति अपनाउणों ना हटे फिर इन्हां नूं इस कैटेगरी विचों कढ़ के वलनरेबल एंडेंजर कैटेगरी विच काउंट किया जाना शुरू हो जाएगा। दे गिव नेम ऑफ दीज एनिमल्स ब्लू शेप, एशियाटिक एलिफेंट, गंगेटिक डॉल्फिन एक्सेट्रा। Next is the rare species. Species with a small population may move into the endangered or the vulnerable category if the negative। सेम वही आ रेयर स्पैसीज कहते वो वाली प्रजातियां अगर फिर इन्हों के प्रति भी असी अपनी नैगेटिव सोच अपनाने ना हटे, इन्हों की गिनती हौली हौली वलनरेबल और जेकर असी ज़्यादा तेज़ी के नाल इन्हों खत्म करांगे फिर इन्हों की गिनती भी एंडेंजर्ड स्पैसीज दे विच काउंटिंग करनी शुरू हो जाएगी। दे गिव द नेम्स Himalayan brown bear, wild Asiatic buffalo, desert fox and hornbill etc. Next is the
ਐਂਡਮਿਕ ਸਪੈਸੀਸ। ਐਂਡਮਿਕ ਹੁੰਦਾ ਵਾ ਸਥਾਨਕ, ਮਤਲਬ ਕਿਸੇ ਇੱਕ ਇਲਾਕੇ, ਜਿਸ ਤਰ੍ਹਾਂ ਆਪਾਂ ਇੰਡੀਆ ਦੇ ਵਿੱਚ ਪੈਦਾ ਹੋਏ ਹਾਂ, ਇੰਡੀਆ ਦੇ ਵਿੱਚ ਹੀ ਸਾਡਾ ਬਰਥ ਆ, ਸਾਡੇ ਮਦਰ ਫਾਦਰ ਸਾਰੇ ਇੰਡੀਆ ਦੇ ਰਹਿਣ ਵਿੱਚ ਹੈ। ਇਹਦਾ ਮਤਲਬ ਸਾਡਾ ਜਿਹੜਾ ਸਥਾਨਕ ਸਥਾਨ ਆ ਉਹ ਇੰਡੀਆ ਹੈ। ਨੇਟਿਵ ਆਪਾਂ ਕਿੱਥੋਂ ਨੇ? ਇੰਡੀਆ ਦੇ। ਇਸੇ ਤਰੀਕੇ ਨਾਲ ਜਿਹੜੀਆਂ ਪ੍ਰਜਾਤੀਆਂ ਬਾਹਰੋਂ ਨਹੀਂ ਆਉਂਦੀਆਂ, ਜਿਸ ਤਰ੍ਹਾਂ ਸਾਨੂੰ ਪਤਾ ਨਾ ਕੁਛ ਜੀਵ ਜੰਤੂ ਬਾਹਰੋਂ ਫੋਰਨ ਤੋਂ ਆ ਜਾਂਦੇ ਆ ਅਤੇ ਕਈ ਵਾਰ ਇੱਥੇ ਰਹਿ ਜਾਂਦੇ, ਉਹਨਾਂ ਨੂੰ ਆਪਾਂ ਵਿਦੇਸ਼ੀ ਪ੍ਰਜਾਤੀਆਂ ਦੇ ਵਿੱਚ ਕਾਊਂਟ ਕਰਨਾ ਸ਼ੁਰੂ ਕਰ ਦਿੰਦੇ ਹਾਂ। ਐਂਡਮਿਕ ਮਤਲਬ ਜਿਹੜੀਆਂ ਸਥਾਨਕ ਇੱਥੇ ਹੀ ਰਹਿਣ ਵਾਲੀਆਂ ਹੈ। These are the species which are only found in some particular area। ਕਹਿੰਦੇ ਉਹ ਸਥਾਨਕ ਜਾਤੀਆਂ ਜਿਹੜੀਆਂ ਕਿ ਸਿਰਫ ਕਿਸੇ ਨਿਸ਼ਚਿਤ ਏਰੀਏ ਦੇ ਵਿੱਚ ਪਾਈਆਂ ਜਾਂਦੀਆਂ। ਯੂਜੂਲੀ ਆਈਸੋਲੇਟਡ ਮਤਲਬ ਇਕਾਂਤ। ਜਿਸ ਤਰ੍ਹਾਂ ਆਪਾਂ ਹੁਣ ਆ ਕਰੋਨਾ ਵਾਇਰਸ ਦਾ ਕਰਕੇ ਲੋਕਾਂ ਨੂੰ ਕਹਿ ਦਿੰਦੇ ਆਈਸੋਲੇਸ਼ਨ ਕੀਤਾ ਹੈ, ਉਹਦਾ ਮਤਲਬ ਕਿ ਦੂਸਰਿਆਂ ਦੇ ਨਾਲੋਂ ਉਸ ਨੂੰ ਸੈਪਰੇਟ ਕਰ ਦਿੱਤਾ ਹੈ। ਕਹਿੰਦਾ ਜ਼ਿਆਦਾਤਰ ਇਹ ਜਾਤੀਆਂ ਉਹਨਾਂ ਇਲਾਕਿਆਂ ਦੇ ਵਿੱਚ ਪਾਈਆਂ ਜਾਂਦੀਆਂ ਹੈ ਜੋ ਕੋਈ ਇਲਾਕਾ ਕੁਦਰਤੀ ਤੌਰ 'ਤੇ ਸਮੁੰਦਰ ਦੁਆਰਾ ਜਾਂ ਵੱਡੇ ਵੱਡੇ ਪਹਾੜਾਂ ਦੁਆਰਾ ਜਾਂ ਹੋਰ ਕਿਸੇ ਨੈਚੁਰਲ ਐਕਟੀਵਿਟੀ ਦੇ ਦੁਆਰਾ ਬਾਕੀ ਇਲਾਕੇ ਦੇ ਨਾਲੋਂ ਵੱਖ ਕਰ ਦਿੱਤਾ ਜਾਂਦਾ ਹੈ। ਖਾਸ ਕਰਕੇ ਜਿਸ ਤਰ੍ਹਾਂ ਆਪਾਂ ਆਈਲੈਂਡ, ਇੰਡੀਅਨ ਆਈਲੈਂਡ ਦੀ ਗੱਲ ਕਰਦੇ ਹਾਂ, ਅੰਡੇਮਾਨ ਨਿਕੋਬਾਰ, ਲਕਸ਼ਦੀਪ ਐਕਸੈਟਰਾ, ਇਹਨਾਂ ਇਲਾਕਿਆਂ ਦੇ ਵਿੱਚ ਇਹ ਪ੍ਰਜਾਤੀਆਂ ਪਾਈਆਂ ਜਾਂਦੀਆਂ ਹੈ, ਜਿਵੇਂ ਕਿ ਵਾਈਲਡ ਪਿਗ, ਮਿਥਨ ਇਨ ਅਰੁਣਾਚਲ ਪ੍ਰਦੇਸ਼। ਨੈਕਸਟ ਜੇ ਐਕਸਟਿੰਕਟ ਸਪਾਈਸੀਜ਼। ਐਕਸਟਿੰਕਟ ਮਤਲਬ ਅਲੋਪ, ਜਿਹੜੀਆਂ ਪ੍ਰਜਾਤੀਆਂ ਹੁਣ ਅਲੋਪ ਹੋ ਚੁੱਕੀਆਂ ਹੈ, ਹੁਣ ਉਹਨਾਂ ਦਾ ਅੱਗੇ ਕੋਈ ਵੀ ਛੋਟਾ ਬੱਚਾ ਤੱਕ ਜਿਹੜਾ ਸਾਨੂੰ ਪ੍ਰਾਪਤ ਨਹੀਂ ਹੁੰਦਾ। These are species which are not found after searches of known or the likely area where they may occur। ਕਹਿੰਦੇ ਇਹ ਉਹ ਵਾਲੀਆਂ ਪ੍ਰਜਾਤੀਆਂ ਜਾਂ ਉਹ ਵਾਲੀਆਂ ਕਿਸਮਾਂ ਇਹ ਪੌਦਿਆਂ ਔਰ ਜੀਵਾਂ ਦੀਆਂ ਜਿਹੜੀਆਂ ਕਿ ਪਹਿਲਾਂ ਕਿਸੇ ਨਿਸ਼ਚਿਤ ਇਲਾਕੇ ਦੇ ਵਿੱਚ ਪਾਈਆਂ ਜਾਂਦੀਆਂ, ਪਰ ਹੁਣ ਜਦੋਂ ਅਸੀਂ ਉਸ ਇਲਾਕੇ ਨੂੰ ਖੋਜਦੇ ਹਾਂ, ਉਹਦੀ ਛਾਣਬੀਣ ਕਰਦੇ ਹਾਂ, ਹੁਣ ਉਹਨਾਂ ਇਲਾਕਿਆਂ ਦੇ ਵਿੱਚ ਇਹ ਪ੍ਰਜਾਤੀਆਂ ਨਹੀਂ ਪਾਈਆਂ ਜਾਂਦੀਆਂ। ਔਰ ਅਗਰ ਅਸੀਂ ਕਿਸੇ ਹੋਰ ਪਾਰਟਸ ਵਿੱਚ ਵੀ ਜਾ ਕੇ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਵੀ ਇਹਨਾਂ ਪ੍ਰਜਾਤੀਆਂ ਦਾ, ਇਹਨਾਂ ਕਿਸਮਾਂ ਦਾ ਕੋਈ ਵੀ ਜੀਵ ਜੰਤੂ ਜਿਹੜਾ ਪ੍ਰਾਪਤ ਨਹੀਂ ਹੁੰਦਾ। ਜਿਵੇਂ ਕਿ ਡਾਇਨਾਸੌਰ ਆ, ਡਾਇਨਾਸੌਰ ਨੂੰ ਆਪਾਂ ਹੁਣ ਅਰਥ ਦੇ ਕਿਸੇ ਵੀ ਪਾਰਟ ਦੇ ਵਿੱਚ ਜਾ ਕੇ ਲੱਭਣਾ ਸ਼ੁਰੂ ਕਰ ਦਈਏ, ਉਹਦਾ ਕੋਈ ਵੀ ਸਾਡੇ ਕੋਲ ਇੱਕ ਸਮੋਲ ਬੇਬੀ ਵਗੈਰਾ ਜਾਂ ਕੁਛ ਵੀ ਉਹਦਾ ਰਹਿੰਦ ਖੂੰਹਦ ਜਾਂ ਕੋਈ ਵੀ ਇੱਕ ਅੱਧਾ ਵੀ ਜਾਨਵਰ ਸਾਨੂੰ ਪ੍ਰਾਪਤ ਨਹੀਂ ਹੁੰਦਾ। ਉਹ ਸਾਰੀਆਂ ਪ੍ਰਜਾਤੀਆਂ ਨੂੰ ਆਪਾਂ ਐਕਸਟਿੰਕਟ ਸਪੈਸੀਸ ਦੇ ਵਿੱਚ ਕਾਊਂਟ ਕਰਨਾ ਸ਼ੁਰੂ ਕਰ ਦਿੰਦੇ, ਜਿਹੜੀਆਂ ਸਾਡੀ ਧਰਤੀ ਦੇ ਉੱਪਰ ਸਾਡੇ ਕੋਲੋਂ ਅਲੋਪ ਹੋ ਚੁੱਕੀਆਂ ਹੈ। ਇਹ ਸਪੈਸੀਸ ਮੇ ਬੀ ਐਕਸਟਿੰਕਟ ਫਰੋਮ ਏ ਲੋਕਲ ਏਰੀਆ, ਰੀਜਨ, ਕੰਟਰੀ, ਕੰਟੀਨੈਂਟ ਔਰ ਦਾ ਐਂਟਾਇਰ ਅਰਥ। ਕਹਿੰਦੇ ਇੱਕ ਪ੍ਰਜਾਤੀ ਹੋ ਸਕਦਾ ਹੈ ਕਿ ਕਿਸੇ ਲੋਕਲ ਏਰੀਆ ਜਿੱਥੇ ਉਹ ਪਹਿਲਾਂ ਰਹਿੰਦੇ ਉੱਥੋਂ ਲੋਪ ਹੋਈ ਹੋਵੇ, ਹੋ ਸਕਦਾ ਉਹ ਆਸ-ਪਾਸ ਦੇ ਖੇਤਰ ਤੋਂ ਲੋਪ ਹੋ ਗਈ ਹੋਵੇ, ਹੋ ਸਕਦਾ ਉਹ ਦੇਸ਼ ਦੇ ਵਿੱਚੋਂ ਹੀ ਲੋਪ ਹੋ ਗਈ ਹੋਵੇ, ਹੋ ਸਕਦਾ ਪਹਿਲਾਂ ਜੋ ਕੰਟੀਨੈਂਟ ਮਤਲਬ ਜਿਸ ਤਰ੍ਹਾਂ ਆਪਣੇ 7 ਕੰਟੀਨੈਂਟ ਹੈ, ਏਸ਼ੀਆ, ਅਮਰੀਕਾ ਐਕਸੈਟਰਾ, ਹੋ ਸਕਦਾ ਉਹ ਕੰਟੀਨੈਂਟ ਦੇ ਵਿੱਚੋਂ ਅਲੋਪ ਹੋ ਗਈ ਹੋਵੇ। ਅਤੇ ਇਹ ਵੀ ਪੋਸੀਬਲ ਹੈ ਕਿ ਹੋ ਸਕਦਾ ਪੂਰੇ ਦੇ ਪੂਰੀ ਧਰਤੀ ਪਲੈਨਟ ਹੈ ਸਾਡੀ ਜਿਹੜੀ, ਇੱਥੋਂ ਹੀ ਅਲੋਪ ਹੋ ਗਈ ਹੋਵੇ। ਐਗਜ਼ਾਮਪਲ ਆਫ ਸੱਚ ਸਪੈਸੀਸ ਆਰ ਦਾ ਏਸ਼ੀਆਟਿਕ ਚੀਥਾ, ਪਿੰਕ ਹੈਡ ਡੱਕ। ਇਹ ਉਹਨਾਂ ਨਾਮ ਦਿੱਤੇ ਜੋ ਕਿ ਪੂਰੀ ਤਰ੍ਹਾਂ ਸਾਡੇ ਕੋਲੋਂ ਅਲੋਪ ਹੋ ਚੁੱਕੇ ਜੀਵ ਆ। ਇੱਥੋਂ ਨਾ ਏਸ਼ੀਆਟਿਕ ਚੀਥਾ ਦੀ ਸਾਨੂੰ ਕੁਛ ਡੈਮੋ ਦਿੱਤੀ ਆ, ਇਨਫੋਰਮੇਸ਼ਨ ਦਿੱਤੀ ਆ। ਦਾ ਵਰਲਡਸ ਫਾਸਟੈਸਟ ਲੈਂਡ ਮੈਮਲ ਦਾ ਚੀਥਾ। ਕਹਿੰਦੇ ਸੰਸਾਰ ਦਾ ਸਭ ਤੋਂ ਤੇਜ਼ ਦੌੜਨ ਵਾਲਾ ਲੈਂਡ ਮੈਮਲ ਦੁਧਾਰੂ ਜੀਵ ਹੈ ਚੀਥਾ। ਇਹ ਯੂਨੀਕ ਐਂਡ ਦਾ ਸਪੈਸ਼ਲਾਈਜ਼ਡ ਮੈਂਬਰ ਆਫ, ਇਹ ਉਹਦਾ ਸਾਇੰਟੀਫਿਕਲੀ ਨੇਮ ਦਿੱਤਾ ਵੇ, ਅਸੂਨਿਓਕਸ ਯੂਬੋਨਸ। ਨੈਕਸਟ ਇਜ਼ ਯੂਨੀਕ ਐਂਡ ਦਾ ਸਪੈਸ਼ਲਾਈਜ਼ਡ ਮੈਂਬਰ ਆਫ ਦਾ ਕੈਟ ਫੈਮਿਲੀ। ਕਹਿੰਦੇ ਇੱਕ ਕੈਟ ਫੈਮਿਲੀ ਦਾ ਇੱਕ ਜੀਵ ਹੈ ਐਂਡ ਕੈਨ ਮੂਵ ਆਫ ਦਾ ਸਪੀਡ ਆਫ, ਅਤੇ ਇਹ 112 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਦੌੜ ਸਕਦਾ ਹੈ ਜਾਂ ਚੱਲ ਸਕਦਾ ਹੈ। ਜਾਂ ਚੀਥਾ ਇਜ਼ ਆਫਨ ਮਿਸਟੇਕਨ ਫਾਰ ਏ ਲੈਪਰਡ। ਕਹਿੰਦੇ ਇੱਕ ਚੀਥ ਨੂੰ ਹਮੇਸ਼ਾ ਇੱਕ ਲੈਪਰਡ ਸਮਝ ਲਿਆ ਜਾਂਦਾ ਹੈ। ਇਟਸ ਡਿਸਟਿੰਗਾਈਜ਼ਡ ਮਾਰਕਸ ਆਰ ਦਾ ਲੌਂਗ ਟੀਅਰ ਡ੍ਰੌਪ ਸ਼ੇਪਡ। ਕਹਿੰਦੇ ਸਿਰਫ ਇਹਦੀ ਇੱਕੋ ਹੀ ਪਹਿਚਾਣ ਹੈ ਲੈਪਰਡ ਤੋਂ ਜੋ ਇਹਨੂੰ ਵੱਖਰਾ ਕਰਦੀ ਆ। ਇਟਸ ਡਿਸਟਿੰਗਾਈਜ਼ਡ ਮਾਰਕਸ ਆਰ ਦਾ ਲੌਂਗ ਟੀਅਰ ਡ੍ਰੌਪ ਸ਼ੇਪਡ ਲਾਈਨਸ। ਇੱਕ ਟੀਅਰ ਡ੍ਰੌਪ ਹੰਝੂਆਂ ਦੀ ਤਰ੍ਹਾਂ ਡ੍ਰੌਪਸ ਦੀਆਂ ਲਾਈਨਸ ਆ ਔਨ ਈਚ ਸਾਈਡ ਆਫ ਨੋਜ਼, ਇਹਦੇ ਨੋਜ਼ ਦੇ ਕੋਲ, ਫਰੋਮ ਦਾ ਕਾਰਨਰ ਆਫ ਇਟਸ ਆਈਸ, ਜੋ ਕਿ ਇਹਦੀਆਂ ਆਈਸ ਦੇ ਕਾਰਨਰ ਤੋਂ ਲੈ ਕੇ ਇਹਦੇ ਮੂੰਹ ਤੱਕ, ਮਾਊਥ ਤੱਕ ਜਾਂਦੀਆਂ ਹੈ। ਪ੍ਰਾਇਰ ਟੂ ਦਾ 20th ਸੈਂਚੁਰੀ ਚੀਥਾ ਵਾਰ ਵਾਈਡਲੀ ਡਿਸਟਰੀਬਿਊਟਡ ਥਰੂਲੀ ਅਫਰੀਕਾ ਐਂਡ ਏਸ਼ੀਆ। ਕਹਿੰਦੇ 20th ਸੈਂਚੁਰੀ 20ਵੀਂ ਸਦੀ ਤੋਂ ਪਹਿਲਾਂ ਚੀਥਾ ਏਸ਼ੀਆ ਔਰ ਅਫਰੀਕਾ ਦੇ ਕਈ ਪਾਰਟਸ ਵਿੱਚ ਪਾਇਆ ਜਾਂਦਾ ਸੀ। ਟੂਡੇ ਦਾ ਏਸ਼ੀਅਨ ਚੀਥਾ ਇਜ਼ ਨੀਅਰਲੀ ਐਕਸਟਿੰਕਟ ਡਿਊ ਟੂ ਦਾ ਡਿਕਲਾਈਨ ਆਫ ਅਵੇਲੇਬਲ ਹੈਬਿਟੈਟ ਐਂਡ ਦਾ ਅੱਜ ਚੀਥਾ ਕਹਿੰਦੇ ਅਲੋਪ ਹੋ ਚੁੱਕਾ ਹੈ।
ਇਹਦੇ ਅਲੋਪ ਹੋਣ ਦਾ ਕਾਰਨ ਇਹ ਆ ਕਿ ਇੱਕ ਤਾਂ ਅਸੀਂ ਲਗਾਤਾਰ ਇਹਦਾ ਸ਼ਿਕਾਰ ਕੀਤਾ ਹੈ ਅਤੇ ਨਾਲ ਦੀ ਨਾਲ ਜਿਹੜੀ ਜਗ੍ਹਾ ਦੇ ਵਿੱਚ ਇਹ ਰਹਿ ਸਕਦਾ ਹੈ, ਹੈਬਿਟੇਟ ਏਰੀਆ ਜਿਹੋ ਜਿਹਾ ਇਨਵਾਇਰਮੈਂਟ ਇਹਨੂੰ ਰਹਿਣ ਵਾਸਤੇ ਚਾਹੀਦਾ ਹੈ, ਉਹ ਇਨਵਾਇਰਮੈਂਟ ਵੀ ਅਸੀਂ ਜੰਗਲਾਂ ਦੀ ਕਟਾਈ ਕਰਕੇ ਅਲੋਪ ਕਰ ਦਿੱਤਾ ਹੈ। The species was declared extinct in the India long back in the 1952। ਭਾਰਤ ਦੇ ਵਿੱਚ ਕਹਿੰਦੇ ਇਸ ਸਪੈਸੀਜ਼ ਨੂੰ ਅਲੋਪ ਹੋ ਗਈ 1952 ਦੇ ਵਿੱਚ ਡਿਕਲੇਅਰ ਕਰ ਦਿੱਤਾ ਗਿਆ। ਮਤਲਬ 1952 ਤੱਕ ਪੂਰੀ ਤਰ੍ਹਾਂ ਮੰਨ ਲਿਆ ਗਿਆ ਕਿ ਏਸ਼ੀਆਟਿਕ ਚੀਤਾ ਸਾਡੇ ਦੇਸ਼ ਦੇ ਵਿੱਚੋਂ ਖਤਮ ਹੋ ਚੁੱਕਾ ਹੈ, ਅਲੋਪ ਹੋ ਚੁੱਕਾ ਹੈ। So this is lesson for today. Read these 2 pages and if you have any problem you can ask me. Read about this lesson carefully because there are so many important lines from which they can put a 1 marks question. So read the lesson carefully. Thanks and have a nice day. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।